खुदा दी यसु मसीह दे बाबरकत जलाली नां दे विच असीं अपने सारे भैन भरावां नूं जय मसीह दी आखदे हां, सलाम पेश करदे हां, शालोम आखदे हां और दुआए खैर करदे हां कि खुदावंद साडे सारे भैन भरावां नूं बड़ी बरकत देवे ते इह जिहड़ा क्रिसमस आउण डिया है जिन्हों असीं वड्डा दिन कहने आ ਉਹ ਆਉਣ ਡਿਆ ਵਾ ਇਹਦੀ ਖੁਸ਼ੀਆਂ ਦੇ ਵਿੱਚ ਅਸੀਂ ਚੰਗੇ ਤਰੀਕੇ ਨਾਲ ਸ਼ਾਮਲ ਹੋ ਸਕੀਏ ਤਾਂ ਕਿ ਅਸੀਂ ਰੂਹਾਨੀ ਤੌਰ 'ਤੇ ਵੀ ਤਿਆਰ ਹੋਈਏ, ਜਿਸਮਾਨੀ ਤੌਰ 'ਤੇ ਵੀ ਤਿਆਰ ਹੋਈਏ, ਮਾਸ਼ੀ ਤੌਰ 'ਤੇ ਵੀ ਤਿਆਰ ਹੋਈਏ ਤੇ ਹਰ ਲਿਹਾਜ਼ ਦੇ ਨਾਲ ਜਿਹੜਾ ਹੈ ਉਹ ਇਸ ਖੁਸ਼ੀਆਂ ਦੇ ਵਿੱਚ ਭਰਪੂਰ ਸ਼ਰੀਕ ਹੋਈਏ। ਕਾਸ਼ਿਸ਼ ਪਾਕਿਸਤਾਨ ਇੱਕ ਵਾਰੀ ਫੇਰ ਨਵੇਂ ਪੈਗਾਮ ਦੇ ਨਾਲ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਆ ਤੇ ਇਹ ਪੈਗਾਮ ਜਿਹੜਾ ਹੈ ਉਹ ਵੱਡੇ ਦਿਨ ਦਾ ਲਿਆ ਗਿਆ ਕਿਉਂਕਿ ਹੁਣ ਅਸੀਂ ਸਾਰੇ ਵੱਡੇ ਦਿਨ ਦੀਆਂ ਤਿਆਰੀਆਂ ਕਰਨ ਡਏ ਹਾਂ ਤੇ ਅੱਜ ਦੇ ਪੈਗਾਮ ਦਾ ਅਨੁਮਾਨ ਆ ਵੱਡੇ ਦਿਨ ਦੀ ਖੁਸ਼ੀ ਜਾਂ ਬੜੇ ਦਿਨ ਕੀ ਖੁਸ਼ੀ ਜਿਹਨੂੰ ਕਹਿੰਦੇ ਨੇ ਕਿ ਦ ਜੋਏ ਆਫ ਦ ਕ੍ਰਿਸਮਸ। ਔਰ ਇਹ ਲੂਕਾ ਦੀ ਇੰਜੀਲ ਉਹਦਾ ਦੂਸਰਾ ਬਾਬ ਉਹਦੀ 8ਵੀਂ ਆਇਤ ਤੋਂ ਲੈ ਕੇ ਅਸੀਂ ਪੜ੍ਹਾਂਗੇ ਤੇ ਅਸੀਂ ਕਾਸ਼ਿਸ਼ ਪਾਕਿਸਤਾਨ ਦੇ ਯੂਥ ਪਾਸਟਰ ਜਨਾਬ ਨਕੀਬ ਸ਼ਰਾਜ਼ ਤਾਰਿਕ ਨੂੰ ਕਵਾਂਗੇ कि वो साढ़े वास्ते खुदावंद दा कलाम पढ़न। आओ खुदावंद दा कलाम उर्दू ज़बान दे विच सुनते हैं। उसी इलाके में चरवाहे थे जो रात को मैदान में रहकर अपने गले की निगहबानी कर रहे थे और खुदावंद का फरिश्ता उनके पास आ खड़ा हुआ और खुदावंद का जलाल उनके चौगिर्द चमका और वो नहायत डर गए। मगर फरिश्ते ने उनसे कहा, डरो मत, क्योंकि देखो मैं तुम्हें बड़ी खुशी की बशारत देता हूँ जो सारी उम्मत के वास्ते होगी कि आज दाऊद के शहर में तुम्हारे लिए एक मुनज्जी पैदा हुआ है, यानी मसीह खुदावंद, और उसका तुम्हारे ये निशान है कि तुम एक बच्चे को कपड़े में लपेटा और चन्नी में बड़ा हुआ पाओगे। और यकायक उस फरिश्ते के साथ आसमानी लश्कर की एक ग्रोह खुदा की हमद करती और ये कहती ज़ाहिर हुई कि आलम बाला पर खुदा की तमजीद हो और ज़मीन पर उन आदमियों में जिनसे वो राज़ी हैं सुलह। आमीन। मेरे भैन ते भराओ असी पंजाबी ज़बान दे विच कलाम नूं इस वास्ते पेश करन डे हां कि ना सिर्फ पाकिस्तान दे विच जिहड़े पंजाबी ने, ना सिर्फ जिहड़े होर दूसरे मुल्कां दे विच पंजाबी ने बल्कि वो भी लोग ਜਿਹੜੇ कि दूर दराज ਰਹਿੰਦੇ ਨੇ ਤੇ ਪੰਜਾਬੀ ਬੋਲਦੇ ਨੇ, ਪੰਜਾਬੀ ਸਮਝਦੇ ਨੇ, ਪੰਜਾਬੀ ਸੁਣਦੇ ਨੇ ਔਰ ਪੰਜਾਬੀ 'ਚ ਗੱਲਬਾਤ ਕਰਦੇ ਨੇ, ਉਹ ਖੁਦਾ ਦੇ ਕਲਾਮ ਨੂੰ ਆਪਣੀ ਜ਼ੁਬਾਨ ਦੇ ਵਿੱਚ ਸੁਣਨ, ਆਪਣੀ ਜ਼ੁਬਾਨ ਦੇ ਵਿੱਚ ਸੁਣਨ ਦਾ ਜਿਹੜਾ ਹੈ ਉਹ ਮਜ਼ਾ ਹੀ ਵੱਖਰਾ ਹੁੰਦਾ ਹੈ। ਜਿਸ ਤਰ੍ਹਾਂ ਇੱਕ ਸ਼ਾਇਰ ਕਹਿੰਦਾ ਵਾ, ਉਹ ਕਹਿੰਦਾ ਤੂੰ ਸੁਬਾਹ ਦੀ ਪਾਕ ਹਵਾ ਵਰਗਾ ਸਾਡੇ ਪਿੰਡ ਨੂੰ ਜਾਂਦੀ ਰਾਹ ਵਰਗਾ। ਤੂੰ ਸੁਬਾਹ ਦੀ ਪਾਕ ਹਵਾ ਵਰਗਾ, ਯਿਸੂ ਮਸੀਹ ਦੇ ਨਾਲ ਗੱਲ ਕੀਤੀ ਆ, ਤੂੰ ਸੁਬਾਹ ਦੀ ਪਾਕ ਹਵਾ ਵਰਗਾ ਸਾਡੇ ਪਿੰਡ ਨੂੰ ਜਾਂਦੀ ਰਾਹ ਵਰਗਾ, ਤੈਨੂੰ ਭੁੱਲਾਂ ਵੀ ਤੇ ਕਿਵੇਂ ਯਾਰਾ, ਤੂੰ ਆਉਂਦੇ ਜਾਂਦੇ ਸਾਹ ਵਰਗਾ। ਯਿਸੂ ਮਸੀਹ ਸਾਡੀ ਜ਼ਿੰਦਗੀ ਆ ਤੇ ਜਿੰਨੀ ਦੇਰ ਤੱਕ ਇਹ ਨਾ ਇਸ ਜ਼ਿੰਦਗੀ ਦੇ ਵਿੱਚ, ਇਸ ਜਿਸਮ ਦੇ ਵਿੱਚ ਸਾਹ ਆ, ਇਹ ਜ਼ਿੰਦਗੀ ਉਹਦੇ ਨਾਲ ਆਤੀ ਆ ਔਰ ਇਹਦੇ ਵਸੀਲੇ ਦੇ ਨਾਲ ਉਹਦੇ ਨਾਂ ਨੂੰ ਇੱਜ਼ਤ ਤੇ ਜਲਾਲ ਮਿਲਣਾ ਹੈ ਕਿਉਂਕਿ ਸਾਡਿਆਂ ਬਦਨਾਂ ਦੇ ਵਿੱਚੋਂ ਖੁਦਾ ਦਾ ਜਲਾਲ ਜ਼ਾਹਰ ਹੋਣਾ ਚਾਹੀਦਾ ਹੈ। ਮੇਰੇ ਅਜ਼ੀਜ਼ੋ, ਅੱਜ ਦੇ ਇਸ ਪੈਗਾਮ ਨੂੰ ਸ਼ੁਰੂ ਕਰਨ ਤੋਂ ਪਹਿਲੇ ਜਿਹੜਾ ਲੂਕਾ ਦੀ ਇੰਜੀਲ ਉਹਦਾ ਦੂਸਰਾ ਬਾਬ ਉਹਦੀ 8ਵੀਂ ਆਇਤ ਤੋਂ ਲੈ ਕੇ ਅੱਗੇ ਲਿਆ ਗਿਆ ਵਾ, ਇਹਦੇ ਵਿੱਚ ਅੱਜ ਅਸੀਂ ਸੁਣਿਆ ਵਾ ਕਿ ਖੁਦਾ ਦਾ ਫਰਿਸ਼ਤਾ ਜਿਹੜਾ ਹੈ ਉਹ ਆਉਂਦਾ ਹੈ ਤੇ ਆਣ ਕੇ ਖੁਸ਼ੀ ਦੀ ਖਬਰ ਦਿੰਦਾ ਹੈ ਤੇ ਸਭ ਤੋਂ ਪਹਿਲੇ ਜਿਹੜੇ ਅਜਾਲੀ ਨੇ, ਜਿਹੜੇ ਗਡਰੀਏ ਨੇ, ਜਿਹੜੇ ਮੈਦਾਨ ਦੇ ਵਿੱਚ ਬੈਠੇ ਹੋਏ ਨੇ ਤੇ ਆਪਣੇ ਭੇਡਾਂ ਬੱਕਰੀਆਂ ਦੀ ਜਿਹੜੀ ਹੈ ਉਹ ਰਖਵਾਲੀ ਕਰਨ ਡੇ ਨੇ, ਉਹਨਾਂ ਦੀ ਦੇਖਭਾਲ ਕਰਨ ਡੇ ਨੇ, ਉਹਨਾਂ ਨੂੰ ਆਣ ਕੇ ਖੁਸ਼ੀ ਦੀ ਖਬਰ ਦਿੰਦਾ ਹੈ। ਉਹਨਾਂ ਲੋਕਾਂ ਦੇ ਵਾਸਤੇ ਖੁਸ਼ੀ ਦੀ ਖਬਰ ਆ ਜਿਹੜੇ ਕਿ ਗਰੀਬ ਨੇ, ਜਿਹੜੇ ਕਿ ਮੁਫਲਸ ਨੇ, ਜਿਹੜੇ ਕਿ ਰੱਦ ਕੀਤੇ ਨੇ ਜਾਂ ਜਿਹੜੇ ਤੁਸੀਂ ਕਹਿ ਸਕਦੇ ਜੇ ਕਿ ਜ਼ਿਆਦਾ ਪੜ੍ਹੇ ਲਿਖੇ ਨਹੀਂ, ਕਿਉਂਕਿ ਖੁਦਾਵੰਦ ਜਿਹੜਾ ਹੈ ਉਹ ਕਮਜ਼ੋਰੀ ਦੇ ਵਿੱਚ ਆਪਣੀ ਤਾਕਤ ਨੂੰ ਜ਼ਾਹਰ ਕਰਦਾ ਹੈ ਤੇ ਉਹਨਾਂ ਨੂੰ ਜਦੋਂ ਪੈਗਾਮ ਇਹ ਮਿਲਦਾ ਹੈ ਤੇ ਉਹਨਾਂ ਨੇ ਇਹ ਪੈਗਾਮ ਆਪਣੇ ਤੱਕ ਨਹੀਂ ਰੱਖਿਆ ਬਲਕਿ ਉਹ ਜਾ ਕੇ ਇਸ ਖੁਸ਼ੀ ਨੂੰ ਵੇਖਣਾ ਚਾਹੁੰਦੇ ਨੇ
तो जो जाके यसु मसीह ਨੂੰ ਵੇਂਦੇ ਨੇ तो एक बच्चे ਨੂੰ ਜਿਹੜਾ ਫਰਿਸ਼ਤੇ ਨੇ ਦੱਸਿਆ ਕਿ ਤੁਸੀਂ ਇੱਕ ਬੱਚੇ ਨੂੰ ਜਿਹੜਾ ਹੈ ਉਹ ਕੱਪੜੇ ਵਿੱਚ ਲਵੇਟਿਆ ਤੇ ਖੁਰਲੀ ਦੇ ਵਿੱਚ ਚਰਨੀ ਦੇ ਵਿੱਚ ਜਿਹੜਾ ਉਹ ਪਾਓਗੇ ਤੇ ਉੱਥੇ ਜਾ ਕੇ ਉਹ ਜਦੋਂ ਜਾਂਦੇ ਨੇ ਤੇ ਉਹਨਾਂ ਨੇ ਖੁਸ਼ੀ ਦੀ ਖਬਰ ਆਪਣੇ ਤੱਕ ਨਹੀਂ ਰੱਖੀ ਬਲਕਿ ਉਹਨਾਂ ਦੂਜਿਆਂ ਤੱਕ ਸਾਰਿਆਂ ਤੱਕ ਪਹੁੰਚਾਈ ਆ ਔਰ ਅੱਜ ਵੇਖੋ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਕ੍ਰਿਸਮਸ ਦੀ ਖੁਸ਼ੀ ਮਨਾਈ ਜਾਣ ਰਹੀ ਆ ਤੁਸੀਂ ਤੇ ਮੈਂ ਅਸੀਂ ਦੋਵੇਂ ਕ੍ਰਿਸਮਸ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੋਣਾ ਚਾਹੁੰਦੇ ਹਾਂ ਪਰ ਇਸ ਖੁਸ਼ੀ ਸ਼ਰੀਕ ਹੋਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ 3 ਸਵਾਲ ਜਿਹੜੇ ਨੇ ਉਹ ਪੁੱਛਣਾ ਚਾਹੁੰਦਾ ਵਾਂ ਤੁਹਾਡੇ ਕੋਲ 3 ਸਵਾਲ ਜਿਹੜਾ ਵਾ ਉਹ ਕਰਨਾ ਚਾਹੁੰਦਾ ਵਾਂ ਪਹਿਲਾ ਸਵਾਲ ਇਹ ਵਾ कि ये बड़ा दिन की है ये बड़ा दिन क्या है व्हाट इज़ अ क्रिसमस ज़रा तुम सोचना वा क्रिसमस जो वा मनाने तो है वा पर क्रिसमस है की आ दूजी गल कि असी ये बड़ा दिन क्यों मनाने हम ये बड़ा दिन क्यों मनाते हैं वाई डू वी सैलीब्रेट दिस क्रिसमस और तीसरी जी गल करनी आ वो ये कि कि ये ਵੱਡਾ ਦਿਨ ਜਿਹੜਾ ਅਸੀਂ ਮਨਾਉਂਦੇ ਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਤਬਦੀਲੀ ਕੋਈ ਨਵੀਂ ਚੀਜ਼ ਜਿਹੜੀ ਹੈ ਵਾ ਉਹ ਬਰਪਾ ਕਰਦਾ ਹੈ डज इट मेक एनी डिफरेंस इन आवर डेली लाइफ क्या बड़ा दिन हमारी ज़िंदगी में कोई नुमाया तब्दीली पैदा करता है लाता है इन 3 सवालों ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖ ਕੇ ਤੇ ਅਸੀਂ ਅੱਗੇ ਵਧਾਂਗੇ यसु मसीह ਨੂੰ ਕਿਹਾ ਗਿਆ ਹੈ ਕਿ ਉਹ ਪ੍ਰਿੰਸ ਆਫ ਪੀਸ ਯਾਨੀ ਸਲਾਮਤੀ ਦਾ ਸ਼ਹਿਜ਼ਾਦਾ ਹੈ ਮਤੀ ਦੀ ਇੰਜੀਲ ਦੇ ਵਿੱਚ ਨੂੰ ਕਿਹਾ ਗਿਆ ਹੈ ਕਿ ਇਹ ਨਜਾਤ ਦਿੰਦਾ ਹੈ ਜਿਹੜਾ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਛੁਟਕਾਰਾ ਰਹਾਈ ਤੇ ਆਜ਼ਾਦੀ ਦੇਵੇਗਾ ਸੁਖ ਸ਼ਾਂਤੀ ਤੇ ਚੈਨ ਜਿਹੜਾ ਉਹ ਤਾ ਕਰਦਾ ਹੈ यसु मसीह ਦਿਲ ਔਰ ਜ਼ਿੰਦਗੀ ਦੇ ਵਿੱਚ ਆਰਾਮ ਸਕੂਨ ਜਿਹੜਾ ਉਹ ਪੈਦਾ ਕਰ ਦਿੰਦਾ ਵਾ ਉਸ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸੀਬਤਾਂ ਨੂੰ ਤੂਫਾਨਾਂ ਨੂੰ ਬਿਮਾਰੀਆਂ ਨੂੰ ਗੁਰਬਤ ਨੂੰ ਕਹਿਤ ਨੂੰ ਸਾਰੀਆਂ ਨੂੰ ਰੋਕ ਕੇ ਖਤਮ ਕਰਕੇ ਤੇ ਸਾਡੀ ਜ਼ਿੰਦਗੀ 'ਚ ਸੁੱਖ ਚੈਨ ਪੈਦਾ ਕਰ ਦਿੰਦਾ ਹੈ ਜਿਹੜਾ ਕੋਈ ਬੰਦਾ ਭਾਵੇਂ ਜਿੰਨਾ ਮਰਜ਼ੀ ਵੀ ਦੁਖੀ ਹੋਵੇ ਪਰੇਸ਼ਾਨ ਹੋਵੇ ਅੱਜ ਜਿਹੜਾ ਕੋਈ ਜਿੰਨਾ ਮਰਜ਼ੀ ਵੀ ਬਿਮਾਰ ਆ ਦੁਖੀ ਆ ਪਰੇਸ਼ਾਨ ਆ ਅਗਰ ਉਹ ਅੱਜ ਦਿਲ ਖੋਲ ਕੇ यसु मसीह ਨੂੰ ਆਪਣੇ ਦਿਲ ਦੇ ਅੰਦਰ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਦੀ ਦਾਵਤ ਦਿੰਦਾ ਹੈ ਤੇ ਖੁਦਾਵੰਦ यसु मसीह ਉਹਨੂੰ ਸੁੱਖ ਚੈਨ ਤੇ ਆਰਾਮ ਅਤਾ ਕਰੇਗਾ ਕਿਉਂਕਿ ਉਹ ਸਲਾਮਤੀ ਦਾ ਸ਼ਹਿਜ਼ਾਦਾ ਹੈ ਤੇ ਉਹ ਬੰਦਾ ਆਪਣੀ ਮੁਸੀਬਤਾਂ ਚੋਂ ਨਿਕਲ ਕੇ ਤੇ ਉਹਦੀ ਬਾਦਸ਼ਾਹੀ ਦੇ ਵਿੱਚ ਦਾਖਲ ਹੋ ਜਾਵੇਗਾ ਜਿੱਥੇ ਨਾ ਦੁੱਖ ਆ ਨਾ ਮੁਸੀਬਤ ਆ ਨਾ ਆਹ ਨਾ ਹੀ ਕੋਈ ਹੋਰ ਦੁੱਖ ਦੇਣ ਵਾਲੀ ਚੀਜ਼ ਆ ਬਲਕਿ ਸਭ ਲੋਕ ਉੱਥੇ ਪਿਆਰ ਮੁਹੱਬਤ ਦੇ ਨਾਲ ਮਿਲ ਕੇ ਰਹਿਣਗੇ ਅਗਲਾ ਸਵਾਲ ਜਿਹੜਾ ਮੈਂ ਪੁੱਛਣਾ ਚਾਹੁੰਦਾ ਮੈਂ ਤੁਹਾਡੇ ਕੋਲੋਂ ਉਹ ਇਹ ਸਵਾਲ ਮਤਲਬ ਪੁੱਛਣ ਦਾ ਇਹ ਵਾ ਕਿ ਤੁਸੀਂ ਸੋਚੋ कि हकीकी तौर पर एक ही आ लिखा है क्या यसु मसीह की पैदाइश के बारे में कोई पेशन गोई हुई है गल तो वो होंगी है कि अपने मूँह मियाँ मिठू ना बंदा बने बल्कि दूजे भी लोग वो बारे गल करन कि वाकई ये सच्चाई जड़ा सच्चाई अगर सोना वा तो पूरी दुनिया च जाके पुछ के वेखो तुसी भई आ किसी दिखाओ कि आ जी चीज़ है ये की है तो हर एक बंदा उन्होंने कहेगा सोना है तो इस वास्ते यसु मसीह जे नजात दहिंदा है जे वो पैदा होया है तो किसी बंदे ने उन्होंने पैदा होने तो पहले कोई गल की उन्होंने बारे क्यों पैदा होएगा मेरे सीजो असी शुरू च वेखते हैं पैदाइश की किताब उदा 30 बाब 15 आयत विच खुदा ने वादा किया जो आदम ते हवा ने गुनाह किया सी ते गुनाह करने की वजह तो उन्होंने सज़ा मिली सी तो उन्होंने खुदा की हजूरी दे विचों बाहर कढ़ दिता सी ते जिहड़ा उसदे जिंदगी का दरखत सी उत्ते 2 तारी तेज तलवार का पैरा ला दिता गया सी फरिश्ते नूं दे के ते इंसान जिहड़ा है उस जिंदगी ते दरखत तक रसाई नहीं सी कर सकता ताकि इंसान खा के उन्होंने हमेशा जिंदा ना रहे अज यसु मसीह ने मकाशफे दिता 22 बाब दे विच उहदा रस्ता खोल दिता हुण इस जिंदगी का दरखत तक जिहड़ा वा रसाई यसु मसीह के वसीले नाल कर सकती है क्योंकि वो राह हक ते जिंदगी है यसु मसीह के बारे जो इंसान नूं ये सारे प्रोसेस से गुजरना पिया तो खुदा ने इंसान की नजात का जिहड़ा वो पैगाम उहदा मनसूबा सब कुछ तैयार किया तो उदों उन्हें वादा किया कि मैं इंसान की नस्ल के विचों एक नजात हिंदा पैदा करांगा
और वो शैतान के सिर ਨੂੰ ਕੁਚਲੇਗਾ ਤੇ ਉਹਦੇ ਤੇ ਸ਼ੈਤਾਨ ਦੇ ਦਰਮਿਆਨ ਦੁਸ਼ਮਣੀ ਹੋਏਗੀ, ਉਹਦੇ ਸਿਰ ਨੂੰ ਕੁਚਲੇਗਾ ਤੇ ਉਹ ਉਹਦੀ ਏੜੀ ਤੇ ਕੱਟੇਗਾ। ਫਿਰ ਅਸੀਂ ਵੇਖਦੇ ਹਾਂ ਕਿ ਮੀਕਾ, ਇਹ ਪੁਰਾਣੇ ਦਰਾਮਾਂ ਦੇ ਵਿੱਚ ਮਾਈਨਰ ਪ੍ਰੋਫਿਟ ਦੇ ਵਿੱਚ ਆ, ਜਿਹੜੇ 5ਵਾਂ ਬਾਬ ਉਹਦੀ ਦੂਸਰੀ ਤੀਸਰੀ ਆਇਤ ਦੇ ਵਿੱਚ ਲਿਖਿਆ ਵਾ ਕਿ ਇਹ ਬੈਤਲਹਮ ਤੋਂ ਇਸਰਾਇਲ ਦੇ ਹਾਕਮਾਂ ਦੇ ਵਿੱਚੋਂ ਕਿਸੇ ਤੋਂ ਛੋਟਾ ਨਹੀਂ ਹੋਏਗਾ, ਤੇਰੇ ਵਿੱਚੋਂ ਇੱਕ ਹਾਕਮ ਨਿਕਲੇਗਾ ਤੇ ਉਹ ਆਪਣੇ ਲੋਕਾਂ ਦੀ ਰਹਿਨਮਾਈ ਕਰੇਗਾ। ਫਿਰ ਉਸ ਤੋਂ ਬਾਅਦ ਜਸਾਇਤ ਵੇਖਦੇ ਹਾਂ 9 ਬਾਬ ਉਹਦੇ 6ਵੀਂ ਦੇ ਆਇਤ ਵਿੱਚ ਲਿਖਿਆ ਹੈ ਕਿ ਸਾਡੇ ਲਈ ਇੱਕ ਬੱਚਾ ਪੈਦਾ ਹੋਇਆ, ਉਹ ਸਲਾਮਤੀ ਦਾ ਸ਼ਹਿਜ਼ਾਦਾ, ਅਬਦੀਅਤ ਦਾ ਬਾਗ ਹੋਏਗਾ ਔਰ ਸਲਤਨਤ ਉਹਦੇ ਕੰਧੇ ਤੇ ਹੋਏਗੀ ਤੇ ਉਹਦੀ ਬਾਦਸ਼ਾਹੀ ਦੀ ਕੋਈ ਇੰਤਹਾ ਨਹੀਂ ਹੋਏਗੀ। ਜ਼ਬੂਰ ਦੀ ਕਿਤਾਬ, ਇਹ ਤੁਰੈਤ ਦੀ ਮੈਂ ਗੱਲ ਕੀਤੀ ਆ, ਹੁਣ ਜ਼ਬੂਰ ਦੇ ਵਿੱਚ ਇਹ ਦੱਸਿਆ ਗਿਆ ਵਾ ਕਿ ਜ਼ਬੂਰ 'ਚ ਕਿਹਾ ਗਿਆ 72 ਦੇ ਵਿੱਚ ਕਿ ਰਹੇਗਾ ਨਾਮ ਸਦਾ ਤੀਕਰ ਮਸੀਹ ਦਾ, ਕਿ ਮਸੀਹ ਦਾ ਨਾਮ ਹਮੇਸ਼ਾ ਤੋਂ ਹਮੇਸ਼ਾ ਤੱਕ ਆ, ਉਹਨੂੰ ਕਦੀ ਵੀ ਸਵਾਲ ਨਹੀਂ ਹੋਏਗਾ। ਫਿਰ ਅੱਗੇ ਅਸੀਂ ਵੇਖਦੇ ਹਾਂ ਕਿ ਜਿਹੜੇ ਪ੍ਰੋਫਟ ਨੇ ਜਿਨ੍ਹਾਂ 'ਚੋਂ ਵਿੱਚ ਜਿਹੜਾ ਅਸਾਇਆ ਹੈ, ਜਿਹਨੂੰ ਜਸਾਇਆ ਕਹਿੰਦੇ ਨੇ, ਉਹਨੇ 9 ਬਾਬ ਉਹਦੀ 6ਵੀਂ 7ਵੀਂ ਆਇਤ ਦੇ ਵਿੱਚ ਤੁਹਾਨੂੰ ਜਿੱਦਾਂ ਪੜ੍ਹ ਕੇ ਦੱਸਿਆ ਹੈ ਕਿ ਯਿਸੂ ਮਸੀਹ ਸਲਾਮਤੀ ਦਾ ਸ਼ਹਿਜ਼ਾਦਾ ਹੋਏਗਾ ਤੇ ਉਹ ਪੈਦਾ ਹੋਏਗਾ। ਔਰ ਫਿਰ 11ਵਾਂ ਬਾਬ ਦੀ ਪਹਿਲੀ ਦੂਸਰੀ ਆਇਤ ਦੇ ਵਿੱਚ ਲਿਖਿਆ ਕਿ ਯੱਸੀ ਜਿਹੜਾ ਦਾਊਦ ਦਾ ਬਾਪ ਸੀ ਤੇ ਦਾਊਦ ਦੀ ਨਸਲ 'ਚੋਂ ਯਿਸੂ ਮਸੀਹ ਪੈਦਾ, ਜਿਹਦਾ ਖੁਦਾ ਨੇ ਵਾਅਦਾ ਕੀਤਾ ਸੀ, ਔਰ ਉਹਨੂੰ ਕਿਹਾ ਕਿ ਉਹਦੀ ਬਾਦਸ਼ਾਹੀ ਉੱਤੇ 7 ਰੂਹਾਂ ਦਾ ਪੂਰਾ ਜਿਹੜਾ ਵਾ ਉਹ ਤਾਜ ਹੋਏਗਾ ਉਹਦੇ ਸਿਰ ਤੇ, ਔਰ ਅਕਲ, ਦਨਾਈ, ਮਾਰਫਤ, ਹਰ ਚੀਜ਼ ਨੂੰ ਉਹ ਜਾਣਦਾ ਹੈ। ਤੇ ਤੁਸੀਂ ਵੇਖਦੇ ਜੀ ਕਿ ਉਹਦੀ ਬਾਦਸ਼ਾਹੀ ਦੇ ਵਿੱਚ ਅਮਨ, ਸੁੱਖ ਤੇ ਚੈਨ ਹੋਏਗਾ। ਔਰ ਅੱਗੇ ਅਸੀਂ ਮੀਕਾ ਦੀ ਬਾਰਫਤ ਜਿੱਤਾ ਅਸੀਂ ਵੇਖ ਲਿਆ। ਹੁਣ ਮੱਤੀ ਦੀ ਇੰਜੀਲ ਉਹਦੇ ਪਹਿਲੇ ਬਾਬ ਦੇ ਵਿੱਚ ਵੇਖਦੇ 18 ਆਇਤ ਤੋਂ ਲੈ ਕੇ ਤੇ 25 ਆਇਤ ਤੱਕ ਪੜ੍ਹੀਏ ਤੇ ਉੱਥੇ ਕੁਮਾਰੀ ਦੇ ਵਿੱਚੋਂ ਖੁਦਾਵੰਦ ਆਪਣੇ ਪਲਾਨ ਨੂੰ ਜਿਹੜਾ ਵਾ ਪੂਰਾ ਕਰਦਾ, ਮਨਸੂਬੇ ਨੂੰ ਪੂਰਾ ਕਰਦਾ ਹੈ ਤੇ ਕੁਮਾਰੀ ਦੇ ਵਿੱਚੋਂ ਯਿਸੂ ਮਸੀਹ ਪੈਦਾ ਹੁੰਦਾ ਹੈ। ਇਹਨਾਂ ਸਾਰੀਆਂ ਪੇਸ਼ਨਗੋਈਆਂ ਨੂੰ ਅਸੀਂ ਵੇਖਿਆ ਹੈ ਕਿ ਕਿਸ ਤਰ੍ਹਾਂ ਪੇਸ਼ਨਗੋਈਆਂ ਦੇ ਮੁਤਾਬਕ ਜਿਹੜਾ ਹੈ ਨਬੀਆਂ ਨੇ ਉਹਦੀ ਪੇਸ਼ਨਗੋਈਆਂ ਕੀਤੀਆਂ ਕਿ ਉਹ ਕੁਮਾਰੀ ਦੇ ਵਿੱਚੋਂ ਪੈਦਾ ਹੋਏਗਾ। ਔਰ ਲੂਕਾ ਦੀ ਇੰਜੀਲ ਪਹਿਲਾ ਬਾਬ ਉਹਦੀ 35 ਆਇਤ ਦੇ ਵਿੱਚ ਲਿਖਿਆ ਹੈ ਕਿ ਫਰਿਸ਼ਤਾ ਆਣ ਕੇ ਮੁਕੱਦਸਾ ਮਰੀਮ ਨੂੰ ਪੈਗਾਮ ਦਿੰਦਾ ਹੈ ਕਿ ਤੂੰ ਕੁਮਾਰੀ ਹੈ, ਤੇਰੇ ਤੋਂ ਹਾਮਲਾ ਹੋਏਗੀ, ਤੇਰੇ ਬੇਟਾ ਪੈਦਾ ਹੋਏਗਾ ਔਰ ਤੂੰ ਉਹਦਾ ਨਾਂ ਯਿਸੂ ਰੱਖਣਾ, ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਗੁਨਾਹਾਂ ਤੋਂ ਨਜਾਤ ਦੇਗਾ। ਹੁਣ ਅੱਗੇ ਅਸੀਂ ਵੇਖਦੇ ਹਾਂ ਕਿ ਜਿਹੜੀ ਅਗਲੀ ਸੱਚਾਈ ਆ ਉਹ ਇਹ ਕਿ ਯਿਸੂ ਮਸੀਹ ਦੀ ਆਮਦ ਜਿਹੜੀ ਹੈ ਵਾ ਇਸ ਦੁਨੀਆ ਤੇ ਆਉਣਾ ਜਿਹੜਾ ਹੈ ਇੱਕ ਬਹੁਤ ਵੱਡੀ ਸੱਚਾਈ ਆ। ਦ ਰਿਐਲਿਟੀ ਆਫ ਜੀਸਸ ਕਮਿੰਗ ਇਨਟੂ ਦਿਸ ਵਰਲਡ। यूहन्ना ਦੀ इंजील ਇਹਨੂੰ ਇਸ ਤਰ੍ਹਾਂ ਦੱਸਦੀ ਹੈ, ਪਹਿਲਾ ਬਾਪ ਉਹਦੀ ਪਹਿਲੀ ਆਇਤ ਲੈ ਕੇ चौथी आयत ਵਿੱਚ लिखा है कि इब्तिदा में कलाम था और कलाम खुदा के साथ था और वही कलाम खुदा था जो दुनिया में आकर मुजस्सम हुआ। ਯਿਸੂ ਮਸੀਹ ਨੂਰ ਆ ਤੇ ਨੂਰ ਦਾ ਕੰਮ ਆ ਅੰਧੇਰੇ ਨੂੰ, ਤਾਰੀਕੀ ਨੂੰ ਦੂਰ ਕਰਨਾ। ਔਰ ਜਦੋਂ ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਆਏ ਨੇ ਤਾਂ ਉਹਨਾਂ ਗੁਨਾਹ ਨੂੰ ਜਿਹੜਾ ਵਾ ਉਹ ਬਿਲਕੁਲ ਦੂਰ ਕਰ ਦਿੱਤਾ ਹੈ। ਔਰ ਇਹ ਨੂਰ ਜਦੋਂ ਅਸੀਂ ਚਲਾਣਾ ਇਹ 'ਚ ਸ਼ੁਰੂ ਕਰਦੇ, ਸਭ ਤੋਂ ਪਹਿਲੇ ਚਰਵਾਹਿਆਂ ਤੇ ਚਮਕਿਆ ਹੈ ਤੇ ਉਹਨਾਂ ਨੇ ਇਸ ਨੂਰ ਨੂੰ ਆਪਣੇ ਤੱਕ ਨਹੀਂ ਰੱਖਿਆ ਬਲਕਿ ਉਹਨਾਂ ਦੂਜਿਆਂ ਤੱਕ ਵੀ ਇਹ ਰੋਸ਼ਨੀ ਨੂੰ ਪਹੁੰਚਾਇਆ ਹੈ। ਤੇ ਯਿਸੂ ਮਸੀਹ ਮੱਤੀ ਦੀ ਇੰਜੀਲ 5ਵਾਂ ਬਾਬ ਉਹਦੀ 13ਵੀਂ ਆਇਤ ਵਿੱਚ ਕਹਿੰਦੇ ਨੇ ਤੇ ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਦੁਨੀਆ ਦਾ ਨੂਰ ਹੋ ਤੇ ਜਿਹੜਾ ਨੂਰ ਆ ਉਹਦਾ ਕੰਮ ਆ ਹਨੇਰੇ ਨੂੰ, ਗੁਨਾਹ ਨੂੰ, ਬਦੀ ਨੂੰ ਖਤਮ ਕਰਨਾ। ਔਰ ਯਿਸੂ ਮਸੀਹ ਨੇ ਤੇ ਤੁਸੀਂ ਤੇ ਮੈਂ ਮਿਲ ਕੇ ਅਸੀਂ ਇਹਨੂੰ ਖਤਮ ਕਰਨਾ ਵਾ ताकि हर एक बंदा खुदा की रोशनी दे विच चले तो खुदा के कलाम के मुताबिक अपनी जिंदगी नूं बसर करे। अगे असीं वेखते हैं कि हुण जदों असीं लफज ही वेखते हैं जोशुआ जिहड़ा है और यहोशुआ चों निकलिया है तो यदा मतलब है कि नजात देंदा। और मत्ती दी इंजील दे विच ये वादा किया गया है कि तू उहदा नाम यसू रखना तो वह अपने लोगों नूं उन्हां दे गुनाहां तों नजात देगा। हुण असीं वेखते हैं कि यसू मसीह के आउण का इस दुनिया च नतीजा की होया है, द रिजल्ट ऑफ जीसस कमिंग इनटू दिस वर्ल्ड। अगर लूका की इंजील उसका 4वां बाब उसकी 18 से लेकर 19 आयत पढ़िए तो लिखा, उसने मुझे इसलिए मसा किया कि कैदियों को रखाई, अंधों को बनाई और कुछ लोगों को आसादी बख्शी। यानी यसू मसीह ने जोड़े वो लोग जोड़े शरीयत के थले दब गए सन तो उतों जो नजात, क्योंकि जो 10 हुक्मां दे उन्होंने 650 हुक्म बना छड़े सन। अगर वो किताब जी तलमूद पढ़ के वेखो जो यहूदियां दी तो वो हर काम करने वास्ते एक हुक्म आ तो लोग इनू आम तौर पर पूरा नहीं कर सकते, इस वास्ते वो नजात नहीं पा सकते। तो यसू मसीह जो इस दुनिया के आए तो लोग गुनाह की दलदल में फसे हुए सन। तो इस मत्ती दी इंजील 19 बाब 10वीं आयत में लिखा तो यसू मसीह ने कहा मेरा मंशूर ही है वा तो मंशूर है कि उसने मुझे इसलिए भेजा कि क्या कि
खोई को ढूंढूं और नचा दूं। वो लोग ਜਿਹੜੇ ਗੁਨਾਹ ਦੀ ਦਲਦਲ 'ਚ ਫਸੇ ਹੋਏ ਸਨ, ਜਿਹਦੇ ਬਾਅਦ 'ਚ ਪੁਲਿਸ ਰਸੂਲ ਕਹਿੰਦੇ ਨੇ ਰੋਮੀਓ ਤੀਸਰਾ ਬਾਪ ਉਹਦੇ 23 ਦੇ ਵਿੱਚ ਲਿਖਿਆ ਹੈ ਭਈ ਸਭ ਨੇ ਗੁਨਾਹ ਕੀਤਾ ਤੇ ਖੁਦਾ ਦੇ ਜਲਾਲ ਤੋਂ ਮਹਿਰੂ। ਜਿਹੜੇ ਖੁਦਾ ਦਾ ਰੂਹਾਨੀ ਸਟੈਂਡਰਡ ਸੀ, ਜਿਹੜਾ ਉਹ ਅਖਬਾਰ ਦੀ ਕਿਤਾਬ 19 ਬਾਪ ਦੂਸਰੇ ਦੇ ਵਿੱਚ ਕਹਿੰਦਾ ਕਿ ਪਾਕ ਹੂੰ ਕਿਉਂਕਿ ਮੈਂ ਪਾਕ ਸੀ, ਪਾਕ ਨਹੀਂ ਹੋ ਸਕਦੀ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਮਾਰੂਸੀ ਗੁਨਾਹ ਵਾ, ਔਰ ਇਹ ਗੁਨਾਹ ਜਿਹੜਾ ਸਾਡੀ ਜ਼ਿੰਦਗੀ 'ਚ ਕੈਂਸਰ ਦੀ ਤਰ੍ਹਾਂ ਫੈਲ ਗਿਆ ਹੈ, ਜਿਹੜਾ ਕਿ ਸਾਨੂੰ ਖੁਦਾ ਤੋਂ ਜੁਦਾ ਕਰ ਦਿੰਦਾ ਹੈ। ਔਰ ਇਹਦਾ ਕੀ ਹੈ ਕਿ ਯਿਸੂ ਮਸੀਹ ਨੇ ਆਣ ਕੇ ਤੇ ਉਹਨਾਂ ਕੈਦੀਆਂ ਨੂੰ ਛੁਡਾਇਆ ਹੈ। ਜਦੋਂ ਯਿਸੂ ਮਸੀਹ ਸਲੀਬ ਦੇ ਉੱਤੇ ਮਰ ਗਏ ਸਨ ਤੇ ਉਹ ਦਫਨ ਕੀਤੇ ਗਏ ਸਨ ਤੇ ਉਹ ਕਬਰ ਦੇ ਵਿੱਚ ਨਹੀਂ ਬਲਕਿ ਕਬਰ ਤੋਂ ਥੱਲੇ ਚਲ ਗਏ ਸਨ ਪਾਤਾਲ ਦੇ ਵਿੱਚ, ਤੇ ਜਾ ਕੇ ਤੇ ਉਹਨਾਂ ਕੈਦੀਆਂ ਰੂਹਾਂ ਦੇ ਵਿੱਚ ਜਾ ਕੇ ਅੰਜੀਲ ਦੀ ਮਨਾਦੀ ਕੀਤੀ, ਉਹਨਾਂ ਨੂੰ ਨਜਾਤ ਦਿੱਤੀ ਜਿਹੜੇ ਕਿ ਪਹਿਲੋਂ ਕੈਦੀ ਸਨ, ਕਿਉਂਕਿ ਦਰਵਾਜ਼ਾ ਬਹਿਸ਼ਤਾ ਬੰਦ ਹੋ ਗਿਆ ਸੀ। ਔਰ ਇਸੇ ਵਾਸਤੇ ਮੁਕਾਸ਼ਫੇ ਦੀ ਕਿਤਾਬ ਪਹਿਲੇ ਬਾਬ ਦੇ ਵਿੱਚ ਕਹਿੰਦਾ ਹੈ ਕਿ ਪਾਤਾਲ ਦੀਆਂ ਕੁੰਚੀਆਂ ਜਿਹੜੀਆਂ ਨੇ ਉਹ ਮੇਰੇ ਕੋਲ ਨੇ। ਔਰ अगर मुकाशफे की किताब तीसरा बाब देखिए तो लिखा है कि वो कोल सारे दरवाज़ियां दी कुंचियां ने, वो खिदमत के दरवाजे खोल सकता है, वो बरकत के दरवाजे खोल सकता है, वो नजात के दरवाजे खोल सकता है, और वो गुनाह तो आज़ादी दे सकता है। क्योंकि अमाल की किताब चौथा बाब 12 के लिखा है कि ज़मीन पर कोई दूसरा नाम नहीं बख्शिया गया जिहदे वसीले असीं नजात पाईए, सिर्फ यीशु मसीह के वसीले नाल असीं नजात पा सकते हैं। और रोमियो उहदा 10वां बाप 9-10 के लिखा है कि अगर तो अपने मुँह के नालों इकरार करे कि यीशु मसीह खुदावंद है, मेरी खातर सलीब ते चढ़ गया है, और उन्होंने अपना नजात देता कबूल करें तो तू नजात पा गया। मेरे सीजो ਇੱਥੇ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਇੱਕ ਬਹੁਤ ਵੱਡੀ ਬਰਕਤ ਹੈ ਜਿਹੜਾ ਕਿ ਇਸ ਦੁਨੀਆ ਦੇ ਵਿੱਚ ਸਾਡੇ ਲਈ ਆਏ ਨੇ। ਅਗਰ ਉਹ ਨਾ ਹੁੰਦੇ ਤੇ ਅਸੀਂ ਗੁਨਾਹ ਦੀ ਦਲਦਲ 'ਚ ਫਸ ਕੇ ਮਰ ਜਾਂਦੇ। ਸ਼ੈਤਾਨ ਸਾਡੇ 'ਤੇ ਹਮੇਸ਼ਾ ਲਈ ਜਿਹੜਾ ਸੀ ਵਾਰਤ ਹੁੰਦਾ, ਔਰ ਕਿਉਂਕਿ ਲਿਖਿਆ ਕਿ ਉਹ ਸ਼ੇਰ ਬੱਬਰ ਦੀ ਮਾਨਤ ਦੌੜਦਾ ਫਿਰਦਾ ਹੈ, ਚਾਹੁੰਦਾ ਕਿ ਸਾਨੂੰ ਕਿਸੇ ਵੇਲੇ ਵੀ ਫਾੜ ਖਾਏ। ਔਰ ਅਸੀਂ ਸਿਰਫ ਬਚ ਸਕਦੇ ਹਾਂ ਜੇ ਅਸੀਂ ਇਫਸੇ ਦੀ ਕਿਤਾਬ 6 ਬਾਪ ਉਹਦੇ 10ਵੀਂ ਤੋਂ ਲੈ ਕੇ 17ਵੀਂ ਦੇ ਵਿੱਚ ਜਿਹੜੇ ਰੂਹ ਦੇ ਹਥਿਆਰਾਂ ਦੀ ਗੱਲ ਕੀਤੀ ਆ ਉਹਨਾਂ ਨੂੰ ਅਸੀਂ ਪਾ ਲਈਏ, ਔਰ ਖੁਦਾ ਦੇ ਕਲਾਮ ਦੇ ਮੁਤਾਬਕ ਜਿਹੜਾ ਹੈ ਉਹ ज़िंदगी बसर करिए। इस तरह से देखा तो चलता है ऐसे सोने वाले जाग और मुर्दों में से जियो तो तुझ पर मसीह का नूर चमकेगा। अगर असी जेड़े गुनाह दी दलदल 'ਚ फसे हुए हैं, जेड़े असी रूहानी तौर पर सुते हुए हैं, सानू जगाउण दे वास्ते यीशु मसीह अज इस दुनिया दे विच आए ने। हुण असी वेखते हैं कि यीशु मसीह इस दुनिया दे विच आ गए ने, पर उन्हां दे आउण दा कोई मकसद है या नहीं। अगर ते आए ने ते उन्हां दा कोई मकसद आ ते फिर ते गल बनदी आ, पर जी और बेमकसद ही आए तो फिर फायदा कोई नहीं का। यीशु मसीह का इस दुनिया के आने का एक खास मकसद है, एक खास जोड़ा है वो पर्पस आ कि द पर्पस ऑफ हिज कमिंग, वो आने का जोड़ा वा इस दुनिया के मकसद, पहला मकसद जोड़ा ये वा कि असी कसरत की जिंदगी पाइए। यूहन्ना दी 10 बाब 10वीं आयत मैं तुहानूं हवाले इस बात देन दिया वां ताकि तुसीं खुद पढ़ के उन्होंने वेखो कि एक सच्चाई आ कि यीशु मसीह के बारे च ये कहा गया वा कि लोगों को कहते हैं कि मैं इसलिए है कि तुसीं सारे जिंदगी पाओ तो कसरत से जिंदगी पाओ, वो जिंदगी जिहदा कदी खात्मा ही नहीं गा, अबदी जिंदगी दे तुसीं वारिस ठहरो। दूजा है कि खुदा सानू गुनाहों तो माफ़ी देने लिया है। रोमियो 6 बाप 23 लिखा है कि गुनाह की मजदूरी तो मौत है। हर एक बंदा जिन्हें गुनाह किया उन्होंने हर एक बंदा कहता तू गुनाह किया तेन सज़ा मिलनी है, और यो शरीयत भी कहती है कि तेन सज़ा मिलनी है, पर शरीयत राह नहीं दसदी कि तेन निजात किंज पा सकता है। और वो कुर्बानी जिहड़ी कि चाहिदी सी और जिहदी शरीयत मंगदी आ, मौत के बदले मौत, वो यीशु मसीह ने अपने उत्ते लैके ते सानू रहाई बख्श दी आ। और ये खुदा दी प्यार का एक लाजवाब जवाब आ। वो कहता है कि उन्हें दुनिया ने इन्ना प्यार किया कि उन्हें अपना इकलौता बेटा बख्श दिता ताकि जेड़ा कोई भी बंदिश नहीं, जेड़ा कोई भी ईमान लाए हलाक ना बल्कि हमेशा दी जिंदगी पावे। तीजा वड्डा मकसद सी खुदा मेहरबान है, खुदा अच्छा है। वो कहता है वो कहर करने में धीमा और शफकत में करनी है। साढ़े गुनाहों के मुताबिक सानू सज़ा नहीं देता, बल्कि साड़ा सलीब ते हथ पसार के साड़ा इंतजार करता कि असीं तौबा करके कदों उहदे कोल वापस आ जाइए तो असीं नजात पा जाइए, सानू अपने गले दे नाल ला लवे। अबदी हलाकत जिहड़ा है वा वो बच जाइए तो, क्योंकि खुदावंद किसी के इलाके नहीं चाहता बल्कि चाहता कि सबकी तौबा तक नौबत पहुँचे। मेरे जो मैं तुहानू एक गल दसदा वां, एक दफ़ा का जिक्र है भी एक बंदा सी, ਉਹਦਾ ਮੁੰਡਾ ਸੀ ਤੇ ਮੁੰਡਾ ਬੜਾ ਆਵਾਰਾ ਸੀ। ਉਹ ਪੈਸੇ ਲੈ ਕੇ ਬਾਪ ਕੋਲੋਂ ਤੇ ਚਲੇ ਗਿਆ। ਉਹਨੇ ਪੈਸੇ ਸਾਰੇ ਖਰਚ ਕਰ ਦਿੱਤੇ। ਹੁਣ ਭੁੱਖਾ ਮਰਨ ਲੱਗਾ। ਜਦੋਂ ਵਾਪਸ ਆਉਣਾ ਨਾ ਤੇ ਉਹਨੇ ਆਪਣੇ ਬਾਪ ਨੂੰ ਖਤ ਲਿਖਿਆ ਭਈ ਮੈਂ ਘਰ ਵਾਪਸ ਆਉਣਾ ਚਾਹੁੰਦਾ ਵਾਂ, ਪਰ ਮੈਂ ਮਾਫੀ ਤੁਹਾਡੇ ਕੋਲ ਮੰਗਣਾ ਚਾਹੁੰਦਾ ਵਾਂ। ਉਹਨੇ ਕਿਹਾ ਕਿਸ ਤਰ੍ਹਾਂ? ਉਹਨੇ ਕਿਹਾ ਵੀ ਤੂੰ ਇਸ ਤਰ੍ਹਾਂ ਕਰੀ, ਮੈਂ ਤੁਹਾਡੇ ਘਰ ਦੇ ਲਾਗੋਂ ਦੀ ਲੰਘਾ, ਆਪਣੇ ਘਰ ਦੇ ਲਾਗੋਂ ਦੀ ਲੰਘਾਂਗਾ ਤੇ ਸਾਡੇ ਘਰ ਦੇ ਸਾਹਮਣੇ ਜਿਹੜਾ ਦਰਖਤ ਆ ਉੱਤੇ ਜੇਕਰ ਸਫੇਦ ਝੰਡਾ ਲੱਗਾ ਹੈ ਤਾਂ ਮੈਨੂੰ ਪਤਾ ਲੱਗੇਗਾ ਕਿ ਤੂੰ ਮਾਫ ਜਿਹੜਾ ਕਰ ਦਿੱਤਾ ਹੈ। ਜੇ ਨਾ ਲਗਾਇਆ ਤਾਂ ਮੈਂ ਅੱਗੇ ਨਿਕਲ ਜਾਵਾਂਗਾ। ਜਦੋਂ ਬਾਪ ਸੀ
उन्हें पैगाम सुनिया तो उन्हें अपने घर के सामने जो दरख्त से उत्ते बहुत सारे झंडे सफेद रंग के लाते ताकि जो वो लागों की लंघे तो उन्होंने ये ना कि कितने दिसे ना सारे झंडे दिसन। तो जो लागों की लंघिया तो उन्हें वेख्या तो बार बार खलोता सी इंतजार करना सी। उन्हें जो अपने मुंडे ने वेख्या तो उन्हें भज के उन्होंने अपने गले के नाल ला लिया। इस तरह खुदावन जो है वह अपने हाथ पसार के सारा इंतजार करता जो भी असीं को तौबा करके वापस होने वो सानू जिहड़ी हालत च होंदा उस च कबूल करना। और वड्डे दिन का यह मौका है कि असीं उहदे कोल वापस आ जाइए, तौबा करके वापस आइए। और कलीसिया और खुदा दा कलाम सानू टाइम देता है कि असीं जिहड़ा तौबा करिए, खुदा दे कलाम नूं समझिए, यसू मसीह दे दुनिया च आउण दे मकसद नूं समझिए ते निजात पाइए। इस वास्ते गुनाह दी मजदूरी ते मौत आ, पर गुनाहां दी माफ़ी ते हमेशा दी जिंदगी का तोहफा यसू मसीह के वसीले दे नाल मिलता है। चौथी जड़ा वा खुदा तक साड़ी रसाई हो जाए। पहलों जो बंदा भी अहद संदूक नूं छूंदा सी लावियां तो इलावा वह मर जाता सी। कोई बंदा खुदा दी हजूरी च नहीं जा सकता, लेकिन यसू मसीह ने अपनी जान की कुर्बानी दे के ते वो कुदसुल कदास जिहनूं होली ऑफ होली कहंदे ने ਉਹਦਾ पर्दा ਜਿਹੜਾ ਸੀ ਉਹ ਚਾਕ कर दिता। इंसान ते खुदा के दरमियान ਜਿਹੜੀ दीवार सी ਉਹਨੂੰ ਢਾ ਦਿੱਤਾ ਤੇ इंसान ते खुदा की सुलह कराती। ਇਹ ਅਸੀਂ ਇਬਰਾਨੀਆਂ ਦਾ ਖਿਤਾਬ ਪਹਿਲਾ ਬਾਬ ਉਹਦੀ ਪਹਿਲੀ ਤੇ ਦੂਸਰੀ ਆਇਤ ਵਿੱਚ ਲਿਖਿਆ। ਪਹਿਲੋਂ ਉਹ ਸਾਡੇ ਨਬੀਆਂ ਨਾਲ ਤੇ ਮੁਖਤਲਿਫ ਤਰੀਕੇ ਨਾਲ ਸਾਡੇ ਨਾਲ ਜਿਹੜਾ ਵਾ ਹਮ ਕਲਾਮ ਹੁੰਦਾ ਰਿਹਾ, ਲੇਕਿਨ ਆਖਰੀ ਵਕਤ ਦੇ ਵਿੱਚ ਉਹ ਆਪਣੇ ਬੇਟੇ ਦੇ ਨਾਲ ਸਾਡੇ ਨਾਲ ਹਮ ਕਲਾਮ ਹੋਇਆ। ਔਰ ਪੰਜਵਾਂ ਮਕਸਦ ਹੈ खुदा बाप ने ਦੀ ਜਿਹੜੀ प्यार ਤੇ ਮੁਹੱਬਤ ਆ ਉਹਨੂੰ यसू मसीह ने साढ़े उत्ते ਜ਼ਾਹਿਰ ਕੀਤਾ कि ਸਾਨੂੰ ਕਿੰਨਾ प्यार करता है। कहते जो असीं गुनाहगार सां साड़ी खातर मर गया। और फिर असी मौत ते शैतान उस व्यक्ति हाँ कि यसू मसीह ने शिकस्त दी। उन्हें सलीब ते चढ़ के मौत ते फतह पा के ललकारा क्या मौत तेरा डंग कित्थे रहा है। और फिर मुर्दियां चों जिंदा होके सानू एक नवी उम्मीद दी आ ताकि असी भी जिंदा हो जाइए। मेरे सिद्धो मैं तुहाडे कोल एक सवाल पूछना चाहना वा आखिर ते वो ये कि आप और मैं क्या इस खुशी में शरीक हो सकते हैं, क्योंकि तुसी ते मैं भी इस बड़े दिन की खुशी दे विच शरीक हो सकते हैं। हाँ जी असी बिल्कुल हो सकते हैं, पर किंज हो सकते हैं। जिहड़े लोग भी पंजाबी जबान दे विच सुनते ने कलाम नूं, जे वो अगर कलाम नूं सुन के उते अमल करके इस बड़े दिन की खुशी दे विच शामिल होना चाहते हैं और होना भी चाहिए, लाजमी होना चाहिए वा, वो ये पहली गल ये शर्त ये वा कि यह तौबा सानू अपने गुनाहां तो करनी चाहिए। तौबा ये नहीं कि कोई तौबा कर ली तो फिर बार बार गुनाह करिए, फिर तौबा कर ली, फिर तो गुनाह कर लिया, फिर तौबा कर ली। ये तौबा के चक्कर चों निकल के हुण असीं एक बारी तौबा करके तो फिर उस तो बाद गुनाह ना करिए। दूजी गल यसू मसीह ते ईमान लियाइए। की ईमान लियाइए कि वह साडे गुनाहां दी खातर मर गया वा, सानू निजात देने की जरूरत आ। यसू मसीह जिहड़ा दिल के दरवाजे ते खड़ा है उन्होंने असीं दावत देने आ कि वह साढ़े अंदर आवे, असीं उहनूं अपना शख्स निजात देंदा कबूल करते हैं और फिर अपने मूँह तो इकरार करिए तो उन्होंने कबूल करिए। और उस तो अलावा उन्होंने सिर्फ अपना निजात देंदा कबूल करिए और कबूल करके फिर उस तो बाद जिस तरह उस दावत नूं कबूल करिए जिहड़ा कहता है कि रूह और दुल्हन कहती है, रूह यानी खुदा दा पाक रूह रुल कुदस ते दुल्हन जिहड़ी कलीसिया दावत देंदे ने। तो जिहड़ा बंदा भी अज निजात पाना चाहता वो अपने दिल को खोल सकता है और ये अबदी जिंदगी निजात का तोहफा यसू मसीह के कोलों लै सकता है। मैं एक कहानी के नाल जिहड़ा वा इस पैगाम को ख़त्म करांगा। एक दफ़ा का जिक्र है कि लबनान का एक बहुत अच्छा मसीह राइटर आ जिसका नाम है खलील जबरान। वो अपनी किताब के कहते हैं भई एक दफ़ा का जिक्र आ भई बड़े दिन का दिन सी ते मैं सैर करन डया सी। मैं जो सैर करने वास्ते बाहर निकलिया तो मैं पहाड़ों के गया तो मैं एक बंदे नूं वेख्या भी वो फटे पुराने कपड़े पा के ते एक जगह ते एक बैठा आया वा। तो मैं पूछा भाई तू इत्थे की करन डया, तो बड़ा दिन है, लोग तुहानूं खुशी मनाउणी चाहिए तो उत्थे जाना चाहिए। तो वह बंदा कहता है भई जिहदी खुशी मनाउण डे वो मैं यसू, तो जो मैनूं अपने अंदर दावत देणगे तो मैं हमेशा उन्होंने नाल है। मेरी दुआ है कि खुदावन जिहड़ा है अज दे कलाम के वसीले तुहानूं बरकत देवे, जिहड़ा यसू मसीह चरनी दे विच पैदा होए तुहाडे दिलां दे विच पैदा होए और तुहानूं हमेशा दी जिंदगी बख्शे। खुदावन अज दे कलाम के वसीले तुहानूं बहुत बरकत देवे। आमीन।